ਸਰਬ ਕਲਾ ਸਮਰੱਥ ਲੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਗੁਰ ਹੱਥ। ਹੇ ਪ੍ਰਾਣਨਾਥ ਗੋਬਿੰਦੈ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣੈ, ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਨ ਜੋਗ ਦਿਆਲੈ, ਦੀਨਾ ਨਾਥ ਮਇਆ ਕਰੋ। ਸਰੀਰ ਸਵਸਤ ਖੀਨ ਸਮੇਂ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸਚ ਨਵੇੜਾ ਰਾਮ। ਆਪੇ ਸੱਚਾ ਬਖਸ਼ ਲੈ, ਫਿਰ ਹੋਏ ਨਾ ਫੇਰਾ ਰਾਮ। ਫਿਰ ਹੋਏ ਨਾ ਫੇਰਾ, ਅੰਤ ਸਚ ਨਵੇੜਾ। ਗੁਰਮੁਖ ਮਿਲੈ ਵਡਿਆਈ, ਸਾਚੈ ਰੰਗ ਰਾਤੇ। ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਸੱਚਾ ਮਨ ਭਾਇਆ, ਸੱਚ ਵਸਾਇਆ। ਸ਼ਬਦ ਰਤੇ ਅੰਤ ਨਵੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਣੇ। ਬਹੁਰ ਨਾ ਭਵ ਜਲ ਫੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਣੇ। ਬਹੁਰ ਨਾ ਭਵ ਜਲ ਫੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਰਾਗ ਵਡਹੰਸ ਦੇ ਵਿੱਚ ਇਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ, ਜੋ 571 ਅਤੇ 572 ਅੰਗ ਤੇ ਸੁਭਾਏਮਾਨ ਹੈ, ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਸ ਤੋਂ ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਦੀ ਆਰੰਭਤਾ ਹੋਣੀ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ। ਵਡਹੰਸ ਮਹੱਲਾ ਤੀਜਾ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸਚ ਨਵੇੜਾ ਰਾਮ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਕੋਈ ਰੂਹਾਨੀਅਤ ਦੇ ਮਾਰਗ 'ਤੇ ਚੱਲਦਾ ਹੈ, ਕਿਵੇਂ ਪਤਾ ਲੱਗੇ ਕਿ ਇਸ ਮਨੁੱਖ ਨੂੰ ਅੰਦਰੋਂ ਰੂਹਾਨੀਅਤ ਦੇ ਮਾਰਗ ਦੀ ਇਹਦੀ ਸ਼ੁਰੂਆਤ ਹੋ ਚੁੱਕੀ ਹੈ। ਆਪਾਂ ਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਅੰਦਰੋਂ ਰੂਹਾਨੀਅਤ ਦੇ ਮਾਰਗ ਦੇ ਪਾਂਧੀ ਬਣ ਗਏ ਹਾਂ, ਰਾਹੀ ਬਣ ਗਏ ਹਾਂ, ਚੱਲ ਪਏ ਹਾਂ। ਤਾਂ ਮਹਾਰਾਜ ਕਹਿੰਦੇ, ਸਾਧਨਾ ਕਰਦਿਆਂ ਸ਼ੁਰੂਆਤ ਵਿੱਚ ਜਦੋਂ ਮਨੁੱਖ ਦਾ ਮਨ ਪਰਮਾਤਮਾ ਦੀ ਭਗਤੀ ਦੇ ਮਾਰਗ 'ਤੇ ਤੁਰਦਾ ਹੈ ਤੇ ਪਤਾ ਲੱਗ ਜਾਂਦਾ ਹੈ ਇਹ ਸੰਸਾਰ ਨਾਸਵੰਤ ਹੈ। ਉਹ ਗੁਰਮੁਖ ਜਗਿਆਸੂ ਫਿਰ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦਾ, ਮਨਾ ਇਹ ਸੰਸਾਰ ਵੱਲ ਹੁਣ ਝੁਕਾ ਨਾ ਰੱਖ। ਹੁਣ
ਤੂੰ ਪਰਮਾਤਮਾ ਦੀ ਬੰਦਗੀ ਕਰ, ਕਿਉਂਕਿ ਹੁਣ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਮੇਰਾ ਦੁਨੀਆ ਵਿੱਚ ਆਉਣ ਦਾ ਲਕਸ਼ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹ ਬਚਨ ਇੱਥੇ ਬਚਨ ਕਰ ਰਹੇ ਹਨ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸੱਚ ਨਵੇੜਾ ਰਾਮ। ਗੁਰਮੁਖ ਆਪਣੇ ਮਨ ਨੂੰ ਕਹਿੰਦਾ ਹੈ ਕਿ ਹੇ ਮਨ ਮੇਰਿਆ, ਇਹ ਸੰਸਾਰ ਆਵਾ ਗੌਣ ਹੈ, ਜੰਮਣ ਮਰਨ ਦਾ ਕਾਰਨ ਹੈ, ਇਹਦੇ ਵਿੱਚ ਆਵਾਗਮਨ ਚੱਲਦਾ ਰਹਿੰਦਾ ਹੈ। ਤੇਰਾ ਭਲਾ ਕਿਵੇਂ ਹੋਵੇਗਾ, ਅੰਤ ਸੱਚ ਨਵੇੜਾ ਰਾਮ। ਸੱਚ ਨਾਲ ਜੁੜ ਕੇ ਹੀ ਤੇਰਾ ਨਵੇੜਾ ਹੋਣਾ, ਤੇਰਾ ਭਲਾ ਹੋਣਾ ਹੈ। ਇਸ ਕਰਕੇ ਵਾਹਿਗੁਰੂ ਦੇ ਨਾਮ ਨਾਲ ਜੁੜ, ਅੰਤ ਆਖਰ ਨੂੰ ਤੇਰਾ ਸੱਚ ਨਾਲ ਜੁੜ ਕੇ ਹੀ ਭਲਾ ਹੋਣਾ ਹੈ, ਹੋਰ ਕਿਸੇ ਤਰ੍ਹਾਂ ਭਲਾ ਨਹੀਂ ਹੋ ਸਕਦਾ। ਆਪੇ ਸੱਚਾ ਬਖਸ਼ ਲੈ, ਫਿਰ ਹੋਏ ਨਾ ਫੇਰਾ ਰਾਮ। ਵਾਹਿਗੁਰੂ ਪਰਮਾਤਮਾ ਦੀ ਤੂੰ ਭਗਤੀ ਕਰ, ਨਾਮ ਜਪ ਸਿਮਰਨ ਕਰ, ਉਹ ਵਾਹਿਗੁਰੂ ਸੱਚਾ ਆਪੇ ਹੀ ਤੈਨੂੰ ਬਖਸ਼ ਲਵੇਗਾ। ਜਿਵੇਂ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਕਬੀਰ ਮੋਇ ਮਰਨੇ ਕਾ ਚਾਉ ਹੈ, ਮਰੋ ਤਾਰ ਕੈ ਦੁਆਰ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਕਹਿੰਦੇ ਮਰਨ ਦਾ ਚਾਉ ਹੈ ਤਾਂ ਰੱਬ ਦੇ ਦਰ ਤੇ ਮਰ, ਰੱਬ ਦੇ ਦਰ ਤੇ ਢਹਿ ਪੈ, ਕਿਉਂਕਿ ਕਦੇ ਨਾ ਕਦੇ ਰੱਬ ਪੁੱਛੇਗਾ ਇਹ ਕੌਣ ਪਿਆ ਹੈ ਸਾਡੇ ਦਰ ਤੇ। ਬਸ ਜਿਹਦੇ ਨੂੰ ਨੇ ਪੁੱਛ ਲਿਆ ਸਾਡਾ ਭਲਾ ਹੋ ਜਾਣਾ ਹੈ, ਆਵਾਗਮਨ ਖਤਮ ਹੋ ਜਾਣਾ ਹੈ। ਜਦੋਂ ਕੋਈ ਰੱਬ ਦੇ ਮਾਰਗ ਤੇ ਤੁਰਦਾ ਹੈ, ਮਹਾਰਾਜ ਕਹਿੰਦੇ ਭਾਈ ਭਰੋਸਾ ਰੱਖੋ ਜੇ, ਉਹ ਵਾਹਿਗੁਰੂ ਆਪੇ ਹੀ ਬਖਸ਼ ਲੈਂਦਾ ਹੈ। ਫਿਰ ਹੋਏ ਨਾ ਵੇਰਾ, ਅੰਤ ਸੱਚ ਨਵੇੜਾ। ਗੁਰਮੁਖ ਮਿਲੈ ਵਡਿਆਈ, ਫਿਰ ਹੋਏ ਨਾ ਫੇਰਾ। ਮੁੜ ਕੇ ਆਤਮਾ ਨੂੰ ਆਵਾਗਮਨ ਦੇ ਵਿੱਚ ਨਹੀਂ ਜਾਣਾ ਪੈਂਦਾ। ਤੇ ਮਹਾਰਾਜ ਕਹਿੰਦੇ ਆਖਰ ਨੂੰ ਸੱਚ ਨਾਲ ਜੁੜ ਕੇ ਹੀ ਜੀਵ ਦਾ ਭਲਾ ਹੈ। ਤੇ ਕਿਉਂ ਨਾ ਅੱਜ ਹੀ ਜੁੜ ਜਾਈਏ। ਜੇ ਆਪਾਂ ਕਈ ਜਨਮ ਭੋਗ ਕੇ ਵੀ ਨਾਮ ਜਪ ਕੇ ਹੀ ਭਲਾ ਹੋਣਾ ਹੈ, ਤੇ ਜ਼ਰੂਰ ਇੰਨੇ ਜਨਮ ਭਟਕਣਾ ਖਵਾਰ ਹੋਣਾ ਹੈ। ਕਿਉਂ ਨਾ ਹੋਣੀ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਲਈਏ। ਜਿਨ੍ਹਾਂ ਗੁਰਮੁਖਾਂ ਨੇ ਜਪਿਆ ਉਹਨਾਂ ਨੂੰ ਫਿਰ ਰੱਬੀ ਵਡਿਆਈ ਬਖਸ਼ਿਸ਼ ਮਿਲਦੀ ਹੈ। ਸਾਚੈ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ। ਉਹ ਸੱਚੇ ਰੰਗ ਦੇ ਵਿੱਚ ਵਾਹਿਗੁਰੂ ਦੇ ਪ੍ਰੇਮ ਵਿੱਚ ਰਤੇ ਰਹਿੰਦੇ ਹਨ। ਸਹਿਜ ਸੁਭਾਅ ਦੁਆਰਾ ਨਾਮ ਦੇ ਵਿੱਚ ਮਸਤ ਰਹਿੰਦੇ ਨੇ, ਔਰ ਸਹਿਜੇ ਸਹਿਜੇ ਜੀਵਨ ਜੀਵਦਿਆਂ, ਕਾਰ ਵਿਹਾਰ ਕਰਦਿਆਂ, ਬੰਦਗੀ ਕਰਦਿਆਂ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ, ਕਿਉਂਕਿ ਉਹਨਾਂ ਦੇ ਕੋਲ ਗੁਰੂ ਦੀ ਜੁਗਤ ਆ ਜਾਂਦੀ ਹੈ। ਜਿਵੇਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੈ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਨੀ ਸੰਗ ਪਾਨੀ। ਮਹਾਰਾਜ ਕਹਿੰਦੇ ਸੱਚਾ ਮਨ ਭਾਇਆ, ਸੱਚ ਵਸਾਇਆ, ਸ਼ਬਦ ਰਤੇ ਅੰਤ ਨਵੇਰਾ। ਜਿਨ੍ਹਾਂ ਦੇ ਮਨ ਨੂੰ ਸੱਚਾ ਵਾਹਿਗੁਰੂ ਭਾ ਗਿਆ ਹੈ, ਉਹਨਾਂ ਨੇ ਸੱਚੇ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਵਸਾਇਆ ਹੈ। ਸ਼ਬਦ ਨਾਲ ਜੁੜ ਕੇ ਹੀ ਸਾਨੂੰ ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰਾਂਗੇ, ਸੱਚਾ ਵਾਹਿਗੁਰੂ ਸਾਡੇ ਮਨ ਨੂੰ ਭਾ ਜਾਵੇਗਾ। ਕਿਉਂਕਿ ਜਦੋਂ ਆਪਾਂ ਕਿਸੇ ਵੀ ਤੇ ਕਿਸੇ ਹਸਤੀ ਤੇ, ਕਿਸੇ ਵਸਤੂ ਤੇ, ਕਿਸੇ ਤੇ ਵੀ ਸਟੱਡੀ ਕਰਦੇ ਹਾਂ, ਵਾਰ-ਵਾਰ ਪੜ੍ਹਦੇ ਹਾਂ, ਵਿਚਾਰਦੇ ਹਾਂ, ਫਿਰ ਉਹਦੇ ਨਾਲ ਸਾਡਾ ਲਗਾਵ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਬਾਣੀ ਨੂੰ ਪੜ੍ਹਿਆ, ਵਿਚਾਰਿਆ, ਸ਼ਬਦ ਨਾਲ ਜੁੜੇ, ਤਾਂ ਉਹ ਵਾਹਿਗੁਰੂ ਸਾਡੇ ਮਨ ਨੂੰ ਭਾ ਗਿਆ, ਔਰ ਵਾਹਿਗੁਰੂ ਫਿਰ ਜੀਵ ਦੇ ਮਨ ਵਿੱਚ ਵਸ ਜਾਂਦਾ ਹੈ। ਸ਼ਬਦ ਨਾਲ ਜੁੜ ਕੇ ਹੀ ਭਲਾ ਹੁੰਦਾ ਹੈ। ਨਾਨਕ ਨਾਮ ਰਤੇ ਸੇ ਸਤ ਸਮਾਣੇ, ਬੌਰ ਨਾ ਭਵ ਜਲ ਫੇਰਾ। ਜੋ ਨਾਮ ਦੇ ਵਿੱਚ ਰਤੇ ਹਨ, ਉਹ ਸੱਚੇ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ।
ਮੁੜ ਕੇ ਉਹਨਾਂ ਦਾ ਫੇਰਾ ਨਹੀਂ ਹੁੰਦਾ, ਭਾਵ ਉਹ ਆਵਾਗਮਨ ਵਿੱਚ ਨਹੀਂ ਪੈਂਦੇ। ਮਾਇਆ ਮੋਹ ਸਭ ਬਰਲੈ, ਦੂਜੈ ਭਾਏ ਖੁਆਈ ਰਾਮ। ਪਰ ਸੰਸਾਰ ਦੀ ਮਾਇਆ ਦਾ ਮੋਹ ਬੜਾ ਪ੍ਰਬਲ ਹੈ। ਭਾਵੇਂ ਸਮਰੱਥ ਗੁਰੂ ਵੀ ਸਾਡੇ ਕੋਲ ਹੈ, ਪਰ ਫਿਰ ਵੀ ਕਿਉਂਕਿ ਅਸੀਂ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਨਹੀਂ ਹਾਂ, ਅਵੇਸਲੇ ਹੋ ਜਾਂਦੇ ਹਾਂ, ਤੇ ਮਾਇਆ ਦਾ ਮੋਹ ਸਾਡੇ ਤੇ ਗਲਬਾ ਪਾ ਲੈਂਦਾ ਹੈ। ਜਿਵੇਂ ਜਦੋਂ ਆਪਾਂ ਇਤਿਹਾਸ ਨੂੰ ਪੜ੍ਹੀਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਿਆਲਕੋਟ ਗਏ ਨਾ, ਇੱਥੇ ਜਿਹੜਾ ਹਮਜ਼ਾ ਗੋਸ਼ ਪੀਰ ਸੀ, ਸਾਰੇ ਸ਼ਹਿਰ ਨੂੰ ਤਬਾਹ ਕਰਨ ਵਾਸਤੇ ਚਲੀਸਾ ਕੱਟ ਰਿਹਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ, ਇਹਦਾ ਚਲੀਸਾ ਭੰਗ ਕਰਾਇਆ, ਤੇ ਇਹ ਮਹਾਰਾਜ ਜੀ ਕੋਲ ਆਇਆ, ਬੜੇ ਗੁੱਸੇ ਨਾਲ ਤਪਿਆ ਹੋਇਆ, ਕਹਿਣ ਲੱਗਾ ਤੁਸੀਂ ਇਹ ਚੰਗਾ ਨਹੀਂ ਕੀਤਾ। ਮਹਾਰਾਜ ਕਹਿੰਦੇ ਤੂੰ ਚੰਗਾ ਕਰ ਰਿਹਾ ਹੈ, ਸਾਰੇ ਸਿਆਲਕੋਟ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਕਹਿਣ ਲੱਗਾ ਮਹਾਰਾਜ ਇਹ ਸਾਰਾ ਸ਼ਹਿਰ ਸਿਆਲਕੋਟ, ਇੱਥੋਂ ਦੇ ਲੋਕ ਝੂਠੇ ਨੇ। ਮਹਾਰਾਜ ਕਹਿੰਦੇ ਨਹੀਂ, ਐਸਾ ਨਹੀਂ ਹੋ ਸਕਦਾ। ਤਾਂ ਇਹ ਕਹਿੰਦਾ ਨਹੀਂ ਜੀ, ਮੇਰੇ ਨਾਲ ਜੋ ਇਹਦੇ ਨਾਲ ਗੱਲਬਾਤ ਹੋਈ ਉਹ ਦੱਸਦਾ ਹੈ ਕਿ ਕਿਸੇ ਸੇਠ ਦੇ ਘਰ ਵਿੱਚ ਬੱਚਾ ਨਹੀਂ ਹੁੰਦਾ ਸੀ, ਉਹਨੇ ਸੁਖਣਾ ਸੁਖੀ ਮੇਰੇ ਕੋਲ ਆ ਕੇ ਵੀ ਜੇ ਕਿ ਮੇਰੇ ਘਰ ਪੁੱਤਰ ਹੋਣਗੇ, ਇੱਕ ਪੁੱਤਰ ਮੈਂ ਤੁਹਾਨੂੰ ਦੇ ਦੇਵਾਂਗਾ। ਹੁਣ ਜਦੋਂ ਪੁੱਤਰ ਹੋਏ ਨੇ ਤੇ ਉਹਨਾਂ ਦਾ ਮੋਹ ਪੈ ਗਿਆ, ਹੁਣ ਮੈਨੂੰ ਆਪਣੀ ਮੰਗੀ ਹੋਈ ਸੁਖਣਾ ਉਹ ਪੂਰੀ ਨਹੀਂ ਕਰ ਰਿਹਾ, ਦੇ ਨਹੀਂ ਰਿਹਾ। ਇਸ ਕਰਕੇ ਮੈਨੂੰ ਇਹਨਾਂ ਸਾਰਿਆਂ 'ਤੇ ਕ੍ਰੋਧ ਹੈ ਕਿ ਸਾਰਾ ਸਿਆਲਕੋਟ ਹੀ ਝੂਠਿਆਂ ਦਾ ਹੈ। ਉਸ ਸਮੇਂ ਉਹਦੇ ਮਨ ਦੀ ਅਵਸਥਾ ਨੂੰ ਜਾਣ ਕਰਕੇ ਮਹਾਰਾਜ ਕਹਿੰਦੇ ਸਾਰਾ ਸਿਆਲਕੋਟ, ਸਾਰੇ ਲੋਕ ਇੱਕ ਥਾਂ 'ਤੇ ਝੂਠੇ ਨਹੀਂ ਹੁੰਦੇ। ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ਭੇਜਿਆ, ਜਾਓ ਸੱਚ ਅਤੇ ਝੂਠ ਖਰੀਦ ਕੇ ਲਿਆਓ। ਭਾਈ ਮਰਦਾਨਾ ਜੀ ਸਿਆਲਕੋਟ ਵਿੱਚ ਜਾਂਦੇ ਨੇ, ਦੁਕਾਨਦਾਰ ਲੋਕ ਹੱਸਦੇ ਨੇ ਵੀ ਸੱਚ ਤੇ ਝੂਠ ਵੀ ਕਦੇ ਦੁਕਾਨਾਂ ਤੋਂ ਮਿਲਦਾ ਹੈ। ਆਖਰ ਭਾਈ ਮਰਦਾਨਾ ਜੀ ਨੂੰ ਭਰੋਸਾ ਹੈ ਮੇਰੇ ਗੁਰੂ ਬਾਬਾ ਜੀ ਨੇ ਭੇਜਿਆ ਤੇ ਜ਼ਰੂਰ ਇਹ ਮਿਲੇਗਾ, ਇਹ ਭਰੋਸਾ ਹੋਣਾ ਚਾਹੀਦਾ ਹੈ। ਤਾਂ ਆਖਰ ਜਦੋਂ ਮੂਲ ਚੰਦ ਦੀ ਖੱਤਰੀ, ਜਿਹੜਾ ਮੂਲਾ ਖੱਤਰੀ, ਉਹਦੀ ਦੁਕਾਨ 'ਤੇ ਪਹੁੰਚਦੇ ਨੇ ਤਾਂ ਉਹ ਇੱਕ ਕਾਗਜ਼ ਦੇ 2 ਟੁਕੜੇ ਬਣਾ ਕੇ ਇੱਕ ਲਿਖ ਦਿੰਦਾ ਹੈ, ਮਰਨਾ ਸੱਚ ਹੈ, ਇਹ ਹੈ ਸੱਚਾ ਸੌਦਾ, ਜੀਵਣਾ ਝੂਠ ਹੈ। ਭਾਈ ਮਰਦਾਨੇ ਨੂੰ ਲਿਖ ਕੇ ਦੇ ਦਿੰਦਾ। ਭਾਈ ਮਰਦਾਨਾ ਜੀ ਲੈ ਆਉਂਦੇ ਨੇ, ਉਸ ਪੀਰ ਨੂੰ ਦਿਖਾਇਆ ਜਾਂਦਾ, ਵੇਖ ਜਿੱਥੇ ਇਸ ਸ਼ਹਿਰ ਨੂੰ ਤੂੰ ਬਰਬਾਦ ਕਰਨਾ ਚਾਹੁੰਦਾ ਸੀ, ਇੱਥੇ ਇਸ ਤਰ੍ਹਾਂ ਦੇ ਆਤਮ ਗਿਆਨੀ ਲੋਕ ਵੀ ਬੈਠੇ ਨੇ, ਜਿਹਨੂੰ ਇਹ ਗਿਆਨ ਹੈ ਕਿ ਮਰਨਾ ਸੱਚ ਹੈ, ਜੀਵਣਾ ਝੂਠ ਹੈ। ਤਾਂ ਉਸ ਸਮੇਂ ਇਹ ਮੂਲ ਚੰਦ ਵੀ ਆਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਮੰਨ ਕੇ ਇਹ ਪਰਿਵਾਰ ਨੂੰ ਛੱਡ ਕੇ ਸਤਿਗੁਰੂ ਦੇ ਨਾਲ ਤੁਰ ਪਿਆ। ਕੁਝ ਸਮਾਂ ਰਹਿਣ ਤੋਂ ਬਾਅਦ ਵਾਪਸ ਆਇਆ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਵਾਸਤੇ ਆਏ ਦੁਬਾਰਾ, ਤਾਂ ਫਿਰ ਮਾਇਆ ਦਾ ਮੋਹ ਪੈ ਗਿਆ। ਘਰ ਵਾਲੀ ਨੇ ਅੰਦਰ ਛੁਪਾ ਦਿੱਤਾ। ਸੱਪ ਦੇ ਲੜਨ ਕਰਕੇ ਇਹਦੀ ਮੌਤ ਹੋਈ। ਇਹਨੂੰ ਚੁੱਕ ਕੇ ਲੈ ਕੇ ਆਏ। ਮਹਾਰਾਜ ਕਹਿੰਦੇ ਭਾਈ ਅਸੀਂ ਤੇ ਇਹਦਾ ਔਖਾ ਸਮਾਂ ਹੀ ਟਾਲਣ ਵਾਸਤੇ ਆਏ ਸੀ, ਪਰ ਤੁਸੀਂ ਚਤਰਾਈ ਵਰਤੀ ਹੈ। ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈ ਹੈ। ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਪਰ ਮਹਾਰਾਜ ਜੀ ਸ਼ਰਨ ਵਿੱਚ ਲੈ। ਮਹਾਰਾਜ ਕਹਿੰਦੇ ਫਿਰ ਹੁਣ 10ਵੇਂ ਜਾਮੇ ਦੇ ਵਿੱਚ ਇਹਦੀ ਮੁਕਤੀ ਕਰਾਂਗੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਤੁਸੀਂ ਜਾਓ, ਉੱਥੇ ਉਹ ਅਸਥਾਨ ਵੀ ਬਣਿਆ ਹੈ ਜਿੱਥੇ ਇੱਕ ਖਰਗੋਸ਼ ਦਾ ਮਹਾਰਾਜ ਸ਼ਿਕਾਰ ਕਰਦੇ ਨੇ। ਅਸਲ ਵਿੱਚ ਉਹ ਮੂਲ ਚਾਂਦੀ ਉਹ ਆਵਾਗਮਨ ਭੁਗਤ ਰਿਹਾ ਸੀ। ਮਾਇਆ ਮੋਹ ਸਭ ਬਰਲ ਹੈ। ਮਾਇਆ ਦਾ ਮੋਹ ਬੜਾ ਪ੍ਰਬਲ ਹੈ। ਗੁਰੂ ਕੋਲ ਰਹਿੰਦਿਆਂ ਵੀ, ਗੁਰੂ ਦੀ ਸੰਗਤ ਕੀਤਿਆਂ ਵੀ ਫਿਰ ਵੀ ਵਿਆਪ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਸਕ੍ਰਿਤੀ ਵਿੱਚ
ਪੰਜਾਂ ਵਿਕਾਰਾਂ ਦਾ ਜ਼ਿਕਰ ਕਰਦੇ ਨੇ ਤੇ ਸਭ ਤੋਂ ਪਹਿਲਾਂ ਮੋਹ ਦਾ ਜ਼ਿਕਰ ਕੀਤਾ ਉੱਥੇ ਮਹਾਰਾਜ ਨੇ। ਸੰਸਕ੍ਰਿਤੀ ਦੇ ਸ਼ਲੋਕਾਂ ਵਿੱਚ ਮਹਾਰਾਜ ਕਹਿੰਦੇ, ਹੇ ਅਜਿੱਤ, ਇਹ ਮੋਹ ਤੂੰ ਅਜਿੱਤ ਹੈ, ਤੈਨੂੰ ਕੋਈ ਕਿਸੇ ਸਾਧਨਾ ਨਾਲ ਜਿੱਤ ਨਹੀਂ ਸਕਦਾ ਜਿਹੜੀਆਂ ਹੋਰ ਸਾਧਨਾ ਨੇ। ਕੇਵਲ ਨਾਮ ਭਗਤੀ ਦੁਆਰਾ ਗੁਰੂ ਦੀ ਕਿਰਪਾ ਨਾਲ ਜਿੱਤਿਆ ਜਾਂਦਾ ਹੈ। ਕੋਈ ਪੁੱਠਾ ਲਟਕੇ, ਕੋਈ ਕਿੰਨੀ ਸਾਧਨਾ ਕਰੇ। ਹੇ ਅਜਿੱਤ ਸੂਰ ਸੰਗਰਾਮੰਗ ਅਤ ਬਲਣਾ ਬੋ ਮਰਦਣਾ, ਬੜਾ ਬਲ ਹੈ ਤੇਰੇ ਵਿੱਚ, ਬੜੇ ਸੰਗਰਾਮ ਕਰਦਾ ਹੈ, ਇੰਨਾ ਮੋਹ ਪ੍ਰਬਲ ਹੈ। ਹੇ ਅਜਿੱਤ ਸੂਰ ਸੰਗਰਾਮੰਗ ਅਤ ਬਲਣਾ ਬੋ ਮਰਦਨੈ, ਗਾਣ ਗਧਰਵ ਦੇਵ ਮਨੁਖ ਪਸ ਪੰਖੀ ਬਮੋਣੈ, ਹਰ ਕਰਨ ਹਾਰੰ ਨਮਸਕਾਰੰ ਸ਼ਰਨ ਨਾਨਕ ਜਗਦੀਸਰੈ। ਕੀ ਦੇਵਤੇ ਕੀ ਦਾਨਵ ਕੀ ਪਸ਼ੂ ਪੰਛੀ, ਸਾਰਿਆਂ ਨੂੰ ਤੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ। ਮਾਇਆ ਮੋਹ ਸਭ ਬਰਲ ਹੈ, ਬਰਲ ਮੈਨੇ ਪਾਗਲਪਨ, ਇਹ ਮਾਇਆ ਦਾ ਮੋਹ ਪਾਗਲਪਨ ਹੀ ਹੈ। ਦੂਜੇ ਭਾਏ ਖੁਆਹੀ ਰਾਮ, ਜੀਵ ਦੂਜੇ ਭਾਵ ਵਿੱਚ ਭਾਵ ਰੱਬ ਨੂੰ ਛੱਡ ਕੇ ਸੰਸਾਰ ਦੇ ਮੋਹ 'ਚ ਪਿਆ ਰਹਿੰਦਾ ਹੈ ਤੇ ਇਸ ਤਰ੍ਹਾਂ ਸੰਸਾਰ ਦੇ ਜੀਵ ਲੁਕਾਈ ਖੁਆਰ ਹੁੰਦੀ ਹੈ। ਮਹਾਰਾਜ ਐਸਾ ਨਹੀਂ ਕਹਿੰਦੇ ਤੁਸੀਂ ਆਪਣੇ ਪਰਿਵਾਰ ਨਾਲ ਪਿਆਰ ਨਾ ਕਰੋ, ਪ੍ਰੀਤ ਨਾ ਕਰੋ, ਪਰ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ ਬੰਦਗੀ ਵੀ ਕਰੋ, ਵਾਹਿਗੁਰੂ ਦੀ ਬੰਦਗੀ ਵੀ ਕਰੋ, ਨਾਮ ਜਪੋ, ਸਿਮਰਨ ਕਰੋ, ਨਾਲ ਪਰਿਵਾਰ ਵਿੱਚ ਵੀ ਰਹੋ। ਜੇ ਇਕੱਲਾ ਇੱਕ ਪਾਸੇ ਪਰਿਵਾਰ ਵੱਲ ਚੱਲੋਗੇ ਫਿਰ ਖੁਆਰ ਹੋਵੋਗੇ। ਤੋ ਪਾਤਸ਼ਾਹ ਫਰਮਾਨ ਕਰ ਰਹੇ ਨੇ, ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲਚਾਈ ਰਾਮ। ਜੇ ਤੂੰ ਰੱਬ ਨਾਲੋਂ ਟੁੱਟ ਕੇ ਮਾਤਾ ਪਿਤਾ ਪਰਿਵਾਰ ਬੱਚਿਆਂ ਦੇ ਮੋਹ ਵਿੱਚ ਪਿਆ ਹੋਇਆ ਤੇ ਇਹ ਤੈਨੂੰ ਖੁਆਰ ਕਰੇਗਾ। ਕਤੰਚ ਮਾਤਾ ਕਤੰਚ ਪਿਤਾ ਕਤੰਚ ਮੋਹ ਕੁਟੁੰਬਿ ਅਤੇ। ਮਹਾਰਾਜ ਕਹਿੰਦੇ ਮਾਂ ਪਿਓ ਸੰਸਾਰ ਦੇ ਸੰਬੰਧੀਆਂ ਦਾ ਪਿਆਰ ਕੀ ਹੈ, ਨਾਸਵੰਤ ਹੈ। ਐਸਾ ਨਹੀਂ ਕਿ ਆਪਣੇ ਮਾਂ ਪਿਓ ਦਾ ਸਤਿਕਾਰ ਨਹੀਂ ਕਰਨਾ, ਪਰ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਨਾਮ ਵੀ ਜਪ। ਜੇ ਤੂੰ ਉਹਨਾਂ ਪਾਸਤੇ ਰੱਬ ਨੂੰ ਭੁਲਾਈ ਬੈਠਾ ਫਿਰ ਖੁਆਰ ਹੋਵੇਂਗਾ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ ਨੇ, ਇਸ ਤਰ੍ਹਾਂ ਇਹ ਜੀਵ ਸੰਸਾਰ ਦੇ ਸੰਬੰਧੀਆਂ ਦੇ ਮੋਹ ਵਿੱਚ ਪਲਚ ਕੇ ਖੁਆਰ ਹੁੰਦਾ ਹੈ। ਤੇ ਪਲਚਾਈ ਪੁਰ ਕਮਾਈ ਮੇਟ ਨਾ ਸਕੈ ਕੋਈ। ਸੰਸਾਰ ਦੇ ਮੋਹ ਦੇ ਵਿੱਚ ਹੇਤ ਦੇ ਵਿੱਚ ਇਹ ਜੀਵ ਪਲਚਦਾ ਕਿਉਂ ਹੈ, ਖੁਆਰ ਕਿਉਂ ਹੁੰਦਾ ਹੈ? ਕਿਉਂਕਿ ਕਰਮ ਹੀ ਉਸ ਤਰ੍ਹਾਂ ਦੇ ਕਰੀ ਗਿਆ ਹੈ। ਰੱਬ ਵਦੀ ਭਗਤੀ ਮਾਰਗ ਵਾਲਾ ਤੇ ਕੋਈ ਕਰਮ ਕੀਤਾ ਨਹੀਂ ਹੈ। ਤੇ ਮਹਾਰਾਜ ਕਹਿੰਦੇ ਉਹਦੇ ਮੁਤਾਬਕ ਹੀ ਜਰੀਬ ਨੂੰ ਅਗਲਾ ਜੀਵਨ ਮਿਲਦਾ ਹੈ, ਜਨਮ ਮਿਲਦਾ ਹੈ, ਕਿਸਮਤ ਮਿਲਦੀ ਹੈ। ਇਹਨੂੰ ਕੋਈ ਮੇਟ ਨਹੀਂ ਸਕਦਾ, ਕਿਸੇ ਹੋਰ ਸਾਧਨਾ ਨਾਲ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ, ਤੀ ਜੇਵੜ ਅਵਰ ਨਾ ਕੋਈ। ਜਿਸ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਾਜੀ ਹੈ ਉਹ ਸਾਰੇ ਜੀਵਾਂ ਨੂੰ ਸਾਜ ਕੇ ਉਹਨਾਂ ਦੇ ਕਰਤੱਵਾਂ ਨੂੰ ਵੇਖਦਾ ਹੈ, ਉਹਨਾਂ ਦੀ ਕਰਮ ਕਿਰਿਆ ਨੂੰ ਵੇਖਦਾ ਹੈ। ਉਸ ਵਾਹਿਗੁਰੂ ਵਰਗਾ ਹੋਰ ਕੋਈ ਵੀ ਨਹੀਂ, ਉਹਦੇ ਵੱਡਾ ਉਹਦੇ ਜਿੱਡਾ ਹੋਰ ਕੋਈ ਨਹੀਂ ਹੈ। ਇਹ ਸਾਰੀ ਖੇਡ ਨੂੰ ਕਰਨ ਵਾਲਾ ਉਹ ਆਪ ਹੈ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸਾਤ ਨਾਈ। ਗੁਰਮੁਖ ਨੂੰ ਇਸ ਗੱਲ ਦੀ ਸਮਝ ਆ ਗਈ, ਇਸ ਕਰਕੇ ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹੈ ਸੰਸਾਰ ਵਿੱਚ ਰਹਿੰਦਾ ਹੋਇਆ, ਪਰਿਵਾਰ ਵਿੱਚ ਰਹਿੰਦਾ ਹੋਇਆ। ਪਰ ਮਨਮੁਖ ਜੀਵ ਅਪਨੱਤ ਕਰਦਾ ਹੈ ਸੰਸਾਰ ਦੀ ਮੋਹ ਮਾਇਆ ਕਰਕੇ, ਤੇ ਮਹਾਰਾਜ ਕਹਿੰਦੇ ਅੰਦਰੋਂ ਤਪਦਾ ਰਹਿੰਦਾ ਹੈ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸਾਧ ਨਾਈ। ਬਾਣੀ ਨਾਲ ਨਹੀਂ ਜੁੜਦਾ, ਇਸ ਪਾਸੇ ਨਹੀਂ ਆਉਂਦਾ, ਖਪੀ ਜਾਂਦਾ ਹੈ, ਖਪੀ ਜਾਂਦਾ ਹੈ। ਜੇ ਕੋਈ ਬੰਦਾ ਬਿਮਾਰ ਹੋਵੇ, ਉਹ ਆਪਣੇ ਘਰ ਵਿੱਚ ਹੀ ਪਿਆ ਰਹੇ, ਆਖੇ ਮੈਂ ਨਹੀਂ ਦਵਾਈ ਲੈਣੀ, ਮੈਂ ਨਹੀਂ ਕੋਈ ਇਲਾਜ ਕਰਾਉਣਾ, ਤੇ ਕੀ ਉਹ ਠੀਕ ਹੋ ਜਾਵੇਗਾ? ਬਿਮਾਰੀ ਨਾਲ ਹੋਰ ਦੁਖੀ ਹੁੰਦਾ ਰਹੇਗਾ। ਜਿਵੇਂ ਆਪਾਂ ਨੂੰ ਇਹ ਪਤਾ ਹੈ ਨਾ ਵੀ ਮੈਂ ਬਿਮਾਰ ਹਾਂ ਤੇ ਮੈਂ ਦਵਾਈ ਲੈਣੀ ਹੈ, ਤੇ ਆਪਾਂ ਕੀ ਕਰਦੇ ਹਾਂ? ਉਦਮ ਕਰਦੇ ਹਾਂ।
ਇਸੇ ਤਰ੍ਹਾਂ ਗੁਰਮੁਖੋ ਆਪਾਂ ਰੂਹਾਨੀਅਤ ਤੌਰ 'ਤੇ ਵੀ ਬਿਮਾਰ ਹਾਂ। ਆਪਾਂ ਨੂੰ ਉਦਮ ਕਰਨਾ ਪਵੇਗਾ, ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ, ਗੁਰੂ ਦੀ ਸੰਗਤ ਵਿੱਚ ਆਉਣਾ ਪਵੇਗਾ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ, ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਨਾਨਕ ਨਾਮ ਧਿਆਏਂਦਿਆਂ। ਮਹਾਰਾਜ ਕਹਿੰਦੇ, ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਜਨ ਨਾਨਕ ਉਤਰੀ ਚਿੰਤ। ਚੱਲ ਆਗੇ ਉਠ ਨਾਮ ਜਪ ਨਿਸ ਬਾਸਰ ਆਰਾਧ, ਕਾਰਾ ਤੁਝੈ ਨਾ ਵਿਆਪੀ ਨਾਨਕ ਮਿਟੈ ਉਪਾਦ। ਮਹਾਰਾਜ ਕਹਿੰਦੇ, ਰੋਜ਼ ਤੜਕੇ ਉੱਠ ਕੇ ਨਾ ਰੱਬ ਦਾ ਨਾਮ ਜਪਿਆ ਕਰ। ਫਿਰ ਕੀ ਹੋਵੇਗਾ? ਜਿਹੜੇ ਤੈਨੂੰ ਰੋਗ ਲੱਗੇ ਨੇ ਉਹ ਖਤਮ ਹੋ ਜਾਣਗੇ ਤੇ ਅਗਾਂਹ ਨੂੰ ਨਵੇਂ ਨਹੀਂ ਲੱਗਣਗੇ। ਚੱਲ ਆਗੇ ਉਠ ਨਾਮ ਜਪ ਨਿਸਬਾਸਰ ਆਰਾਧ, ਕਾਰਾ ਤੁਝੈ ਨਾ ਵਿਆਪੀ ਨਾਨਕ ਮਿਟੈ ਉਪਾਦ। ਸਾਰਾ ਮਿਟ ਜਾਣਗੇ। ਨਾਮ ਦੇ ਨਾਲ ਜੁੜਨਾ ਕਰ। ਪਾਤਸ਼ਾਹ ਫਰਮਾਨ ਕਰਦੇ ਨੇ, ਪਾਰੇ ਜੀਵ ਸ਼ਬਦ ਨਾਲ ਨਹੀਂ ਜੁੜਦਾ ਤੇ ਖੁਆਰ ਹੁੰਦਾ। ਨਾਨਕ ਬਿਨ ਨਾਮ ਹੈ ਸਭ ਕੋਈ, ਭੁੱਲਾ ਮਾਇਆ ਮੋਹ ਖੁਆਈ। ਨਾਮ ਤੋਂ ਬਿਨਾਂ ਤਾਂ ਹਰ ਕੋਈ ਜੀਵ ਭੁੱਲਿਆ ਫਿਰਦਾ ਹੈ। ਤੇ ਮਹਾਰਾਜ ਕਹਿੰਦੇ, ਮਾਇਆ ਦੇ ਮੋਹ ਵਿੱਚ ਪੈ ਕੇ ਜੀਵ ਖੁਆਰ ਹੋ ਰਿਹਾ ਹੈ, ਹੁਣ ਵੀ ਖੁਆਰ ਹੋ ਰਿਹਾ ਹੈ। ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਵੀ ਆਤਮਾ ਬੜੀ ਖੁਆਰ ਹੋਵੇਗੀ। ਉੱਥੇ ਵੀਰੇ ਦਾ ਕੋਈ ਸਾਥ ਦੇਣ ਵਾਲਾ ਨਹੀਂ ਹੋਵੇਗਾ। ਇਹ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ। ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ, ਉਹਨਾਂ ਨੂੰ ਸੰਸਾਰ ਦੀ ਅਸਲੀਅਤ ਸਮਝ ਆਉਣ ਲੱਗ ਪਈ ਵੀ ਅਸਲ ਵਿੱਚ ਸੰਸਾਰ ਹੈ ਕੀ। ਜਿਵੇਂ ਛੋਟਾ ਜਿਹਾ ਬੱਚਾ ਨਾ 6 ਮਹੀਨਿਆਂ ਦਾ, ਸਾਲ ਦਾ, ਉਹ ਸੱਪ ਨੂੰ ਪਕੜਨ ਦਾ ਯਤਨ ਕਰਦਾ ਹੈ, ਅੱਗ ਨੂੰ ਪਕੜਨ ਦਾ ਯਤਨ ਕਰਦਾ ਹੈ। ਪਰ ਜਦੋਂ ਬੱਚਾ ਸਿਆਣਾ ਹੋ ਗਿਆ ਤੇ ਉਹਨੂੰ ਫਿਰ ਸੱਪ ਕੋਲ ਲੈ ਕੇ ਜਾਓ, ਉਹੀ ਬੱਚਾ ਸੱਪ ਤੋਂ ਦੂਰ ਭੱਜਦਾ। ਉਹਨੂੰ ਪਤਾ ਲੱਗ ਜਾਂਦਾ ਵੀ ਇਹ ਬੜੀ ਖਤਰਨਾਕ ਚੀਜ਼ ਹੈ, ਪਰ ਜਦੋਂ ਉਹ ਬੇਸਮਝ ਹੈ ਉਹਨੂੰ ਪਕੜਨਾ ਚਾਹੁੰਦਾ ਹੈ। ਬਾਣੀ ਵਿੱਚ ਲਿਖਿਆ ਮਹਾਰਾਜ ਨੇ, ਅਲਪ ਮਤ ਬਾਲਕ ਬਪਰੇ ਕੀ ਸਰਪ ਅਗਨ ਕਰ ਮੇਲੈ। ਉਹ ਸੱਪ ਨੂੰ, ਅਗਨ ਨੂੰ ਮੇਲਣਾ ਚਾਹੁੰਦਾ, ਆਪਣੇ ਨਾਲ ਉਹਦਾ ਮਿਲਾਪ ਕਰਨਾ ਚਾਹੁੰਦਾ, ਅੱਗ ਨੂੰ ਪਕੜਨਾ ਚਾਹੁੰਦਾ, ਸੱਪ ਨੂੰ ਪਕੜਨਾ ਚਾਹੁੰਦਾ, ਕਿਉਂਕਿ ਸਮਝ ਨਹੀਂ। ਜਦੋਂ ਸਮਝ ਆ ਗਈ, ਆਪਾਂ ਸੱਪ ਦੇ ਨੇੜੇ ਜਾਂਦੇ ਹਾਂ? ਕੋਈ ਨਹੀਂ ਨਾ ਜਾਂਦੇ। ਇਸੇ ਤਰ੍ਹਾਂ ਜਦੋਂ ਗੁਰੂ ਦਾ ਸ਼ਬਦ ਅਭਿਆਸ ਕੀਤਾ, ਨਾਮ ਜਪਿਆ ਨਾ, ਫਿਰ ਸੰਸਾਰ ਰੂਪੀ ਸੱਪ ਦਾ ਪਤਾ ਲੱਗ ਗਿਆ। ਫਿਰ ਸੰਸਾਰ ਤੋਂ ਦੂਰ ਜਾਂਦਾ ਹੈ। ਕਹਿੰਦਾ ਸੰਸਾਰ ਦੇ ਮੋਹ ਮਾਇਆ ਵਿੱਚ, ਸੰਸਾਰ ਦੀਆਂ ਗੱਲਾਂ ਵਿੱਚ ਨਹੀਂ ਪੈਣਾ। ਨਹੀਂ ਤੇ ਆਪਾਂ ਕਈ ਵਾਰ ਕਿਸੇ ਮਿੱਤਰ ਕੋਲ ਖੜ ਕੇ 2-2 ਘੰਟੇ ਗੱਪਾਂ ਹੀ ਮਾਰੀ ਜਾਂਦਾ ਬੰਦਾ, ਐਵੇਂ ਵਿਅਰਥ ਦੀਆਂ ਹੀ ਗੱਲਾਂ ਕਰੀ ਜਾਂਦਾ ਹੈ। ਬੀਬੀਆਂ ਭੈਣਾਂ ਇਕੱਠੀਆਂ ਹੋ ਜਾਣ, ਸੋਹਣੀ ਸਾਹਿਬ ਦਾ ਪਾਠ ਹੋਵੇ, ਅਖੰਡ ਪਾਠ ਹੋਵੇ, ਉਹ ਅੰਦਰ ਬਾਣੀ ਚੱਲ ਰਹੀ ਹੁੰਦੀ, ਬੀਬੀਆਂ ਭੈਣਾਂ ਆਪਣੀ ਗੱਲਾਂ ਕਰੀ ਜਾਂਦੀਆਂ ਨੇ। ਕਿਉਂਕਿ ਸਾਨੂੰ ਪਤਾ ਨਹੀਂ ਵੀ ਏਡਾ ਵੱਡਾ ਬਾਣੀ ਦਾ ਜਾਪ ਹੋ ਰਿਹਾ ਹੈ ਤੇ ਅਸੀਂ ਪਿੱਛੇ ਬੈਠੇ ਆਪਣੀ ਗੱਲਾਂ ਸਟੋਰੀਆਂ ਛੋ ਕੇ ਬਹਿ ਜਾਂਦੇ ਹਾਂ। ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ। ਉਹਦਾ ਕਾਰਨ ਇਹੀ, ਅਸੀਂ ਸਿਮਰਨ ਨਹੀਂ ਕੀਤਾ। ਜੇ ਸਿਮਰਨ ਕਰਦੇ, ਅੰਦਰੋਂ ਸੋਝੀ ਆਉਂਦੀ ਤੇ ਫਿਰ ਇਹ ਕੰਮ ਨਾ ਕਰਦੇ, ਫਿਰ ਤੇ ਗੁਰੂ ਕੋਲ ਜਾ ਕੇ ਬਹਿ ਜਾਂਦੇ, ਸੁਣਦੇ। ਪਰ ਜਿਵੇਂ ਉਹ ਬਾਲਕ ਨੂੰ ਸਮਝ ਨਹੀਂ, ਉਹ ਸੱਪ ਅੱਗ ਨੂੰ ਪਕੜਨਾ ਚਾਹੁੰਦਾ ਹੈ, ਪਰ ਮਾਂ ਉਹਨੂੰ ਖਿੱਚ ਲੈਂਦੀ, ਆਪਣੀ ਗੋਦੀ ਵਿੱਚ ਬਿਠਾਉਂਦੀ। ਬੱਚਾ ਰੋਂਦਾ ਹੈ, ਕਹਿੰਦਾ ਮਾਂ ਤਾਂ ਮੇਰੀ ਦੁਸ਼ਮਣ ਹੈ, ਕਿਉਂ ਮੈਨੂੰ ਅੱਗ ਨਹੀਂ ਪਕੜਨ ਦੇ ਰਹੀ। ਇਸੇ ਤਰ੍ਹਾਂ ਗੁਰੂ ਆਪਾਂ ਨੂੰ ਦੁਸ਼ਮਣ ਲੱਗਦਾ ਹੈ ਵੀ ਗੁਰੂ ਤਾਂ ਕਹਿੰਦਾ ਬਾਣੀ ਪੜ੍ਹੋ, ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਛਕੋ, ਰਹਿਤ ਬਹਿਤ ਵਿੱਚ ਧਾਰਨੀ ਹੋਵੋ। ਆਪਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਆਪਾਂ ਰੋਂਦੇ, ਆਪਾਂ ਕਹਿੰਦੇ ਗੁਰੂ ਕੋਲ ਨਹੀਂ ਜਾਣਾ। ਕਿਉਂ? ਗੁਰੂ ਕਹਿੰਦਾ ਵੀ, ਕਿਉਂਕਿ ਗੁਰੂ ਨੂੰ ਪਤਾ ਹੈ ਵੀ ਇਹ ਜਿਹੜੀ ਚੀਜ਼ ਕੋਲ ਜਾਣਾ ਚਾਹੁੰਦਾ ਹੈ ਉਹ ਇਹਨੂੰ ਨੁਕਸਾਨ ਪਹੁੰਚਾਵੇਗੀ, ਇਹਦੇ ਦੁੱਖ ਦਾ ਕਾਰਨ ਬਣ ਜਾਵੇਗੀ, ਇਹਦੀ ਮੌਤ ਦਾ ਕਾਰਨ ਬਣ ਜਾਵੇਗੀ। ਗੁਰੂ ਸਾਨੂੰ ਬਚਾਉਣਾ ਚਾਹੁੰਦਾ ਹੈ, ਪਰ ਅਸੀਂ ਭੱਜ ਭੱਜ ਕੇ ਉਸ ਪਾਸੇ ਹੀ ਜਾਂਦੇ ਹਾਂ। ਤੋ ਮਹਾਰਾਜ ਕਹਿੰਦੇ, ਇਹ ਜਗ ਜਲਤਾ ਦੇਖ ਕੇ, ਜਿਹਨਾਂ ਗੁਰੂ ਕੋਲ ਬੈਠੇ ਸਮਝ ਆ ਗਈ, ਉਹਨਾਂ ਨੂੰ ਪਤਾ ਲੱਗ ਗਿਆ ਸੰਸਾਰ ਤਾਂ ਸੜ ਰਿਹਾ ਹੈ। ਬਾਬਾ ਫਰੀਦ ਜੀ ਕਹਿੰਦੇ ਹਨ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ, ਜਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ। ਅਗ ਉੱਚੇ ਚੜ੍ਹਨ ਤੋਂ ਭਾਵ ਕਿ ਸੁਰਤ ਉੱਚੀ ਚਲੀ ਗਈ, ਸਮਝ ਵੱਡੀ ਹੋ ਗਈ, ਬਾਣੀ ਪੜ੍ਹ ਕੇ, ਨਾਮ ਜਪ ਕੇ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ। ਭੱਜ ਕੇ ਬੜੀ ਛੇਤੀ ਨਾਲ, ਜਿਵੇਂ ਕੋਈ ਬੰਦਾ ਲੇਟ ਹੁੰਦਾ ਨਾ ਆਪਣੀ ਡਿਊਟੀ ਤੋਂ, ਉਹਨੂੰ ਪਤਾ ਹੁੰਦਾ ਵੀ ਹੁਣ ਮੈਂ ਲੇਟ ਹੋ ਗਿਆ, ਪਰ ਦੌੜ ਹੀ ਜਾਂਦਾ ਹੈ। ਇਸੇ ਤਰ੍ਹਾਂ ਸਿੱਖ ਨੂੰ ਪਤਾ ਲੱਗ ਗਿਆ ਮੈਂ ਤੇ ਬੜਾ ਪਿੱਛੇ ਰਹਿ ਗਿਆ ਹਾਂ।
फिर वो बड़ी जल्दी नाल भज के नाम जपदा, बाणी वाले पासे आ जाता है। अरदास करी गुर पूरे आगे रख लेवो दिओ वडाई। राम पूरे गुरु को अरदास करदा, महाराज किरपा कर लो, मेरा पिछला समा व्यर्थ चला गया, मैनू रख लो अपनी शरण विच, वडियाई बख्शो, मेरे ते किरपा करो, मैनू नाम दा दान बख्शो। रख लेवो सरनाई हर नाम वडाई, तुझे बड़ा वरना दाता। हे सच्चे पातशाह मैनू अपनी शरण विच रख लै, नाम दी वडियाई बख्शो, तेरे वर्गा होर कोई दाता नहीं है, किरपा कर तू नाम दा दान दे। सेवा लागे सेवड़ भागे, जुग जुग एको जाता। जेड़े गुरु दी सेवा विच लग गए, ए बाणी सुनना, कथा सुननी, कीर्तन सुनना, भी गुरु दी सेवा है। जोड़े झाड़ने, भांडे मांजने, झाड़ू लाना, लंगर बनाना, वरताना, ये सारी गुरु दी सेवा है। बाणी पढ़नी भी सेवा है, पर सेवा समझ के आपां करिए भी मैनू गुरु ने ये सेवा दिती है। तो जिहड़े इस तरह सेवा विच लग गए वड्डियां भागां वाले ने, जिवें हुण गुरमुख कीर्तन करते ने, तबला ते वो भी वजांदा है, जिहड़ा एक कंजरी नाच करदी, कोई इस तरह के गीत गाते हैं, उन्हां नाल भी तो साज वजाण वाले है ने, पर एक साज वजाते ने गुरु की उपमा दे विच, रब की सिफत सलाह विच। महाराज कहते वड्डियां भागां वाले ने, सेवा लागे सेवड़ भागे, जुग जुग एको जाता। जो सारिया युगां दे विच उस वाहिगुरू नूं जान लिया, पछाण लिया। जत सत संजम कर्म कमावै, बिन गुर गत नी पाई। बंदगी नाम सिमरन तो बिना होर जिन्ने कोई मेरा जति बन जावे, सती बन जावे, भाव इंद्रियां नूं साम के रखे पर नाम ना जपे, कितने तरह के कर्म करी जावे, गुरु तो बिना गति नहीं हुंदी, जदों तक गुरु वाला बन के नाम नहीं जपदा। महाराज कहते नानक तिसनो शब्द बुझाए, जो जाए पवै हर सरनाई। जो वाहिगुरू की शरण विच पै जाता है, महाराज कहते फिर उन्होंने शब्द द्वारा वाहिगुरू अपना भेद दे दिंदा है, अपना आप समझा दिंदा है सारा कुछ। जो हर मत दे सा उपजै, और मत न काई राम। असल विच वो मत सदा रहन वाली है, जिहड़ी बंदगी विचों पैदा हुंदी है। जिहड़ी साडी ये दुनियावी ज्ञान वाली मत है ते नासवंत है। जो हर मत दे सा उपजै, होर मत ना काई राम। होर कोई चंगी मत है ही नहीं साडा भला करन वाली। क्योंकि आपां देखो तुसीं जदों आपां टीवी चैनलों ते जां मोबाइल ते अजकल सुणदे आ, बड़े बड़े लोग ज्ञान वाले बैठे ने, वो तुहानू ना अशरदक बना देणगे। की लोड़ है अमृत वेले उठण दा। इस तरह के भी प्रचारक हैं दुनिया दे विच, सारियां कौमां भी सारे धर्मां विच हुंदे ने। वो कहंदे नहीं नहीं इदां करन दी कोई लोड़ नहीं है। पर गुरमुखो महाराज कहंदे जो हर मत दे सा उपजै, होर मत ना काई राम। जो सानू गुरु मत देंदा है, जो रब मत देंदा है, उहदे वर्गी होर कोई नहीं है। असल मत वही है। ते गुरु की मत की है, गुर की मत तू ले आने, भगत बिना वो डूबे सियाने। गुरु कहता भगती कर, बाणी पढ़ वार वार, नाम जप। वो लोग कहते ने वार वार नाम जपण की लोड़ नहीं, बंदगी करन की लोड़ नहीं, सेवा करन की लोड़ नहीं है। अंतरवार एक तू आपे, अंतरवार एक तू आपे दे बुझाई। अंदरवार सारे पासे वाहिगुरू एक तू है। ਜਿਹੜੇ तेरे मार्ग ते चलते ने, तू आपे उन्होंने अपना भेद समझा देना है। आपे दे बुझाई अवर न भाई, गुरमुखारा चाखिया। महाराज कहते आपे वाहिगुरू अपना भेद दे दिंदा है। आपे दे बुझाई अवर न भाई, गुरमुखार रस चाखिया। होर गुरमुखां नूं कोई गल चंगी नहीं लगती, केवल उन्होंने गुरु की मत ही चंगी लगती है। होर कोई किन्ना भी सियाणा बंदा अपने आप नूं आखे मेरी मत लै लै, गुरमुख कदे किसे कोई किन्ना भी कई तरह दीयां दलीलां लोग देंदे ने भगती तो तोड़न वास्ते ना, कई तरह के प्रमाण देंदे ने। गुरमुख जिहड़ा है वो किसी होर दी मत नहीं लैंदा, वो गुरु की मत लैंदा है। गुरमुख हर रस चाखिया, उन्होंने गुरमुखां ने वाहिगुरू के नाम रस नूं चखिया है। दर साचै सदा है साचा, साचै शब्द सुभाखिया। दर साचै सदा है साचा,
ਇੱਕ ਵਾਹਿਗੁਰੂ ਦਾ ਦਰ, ਗੁਰੂ ਦਾ ਦਰ ਸਦੀ ਵੀ ਕਾਲ ਸੱਚਾ ਹੈ। ਸ਼ਬਦ ਦਾ ਦਰ ਸੱਚਾ ਹੈ। ਤੇ ਮਹਾਰਾਜ ਕਹਿੰਦੇ ਸੱਚੇ ਸ਼ਬਦ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਗੁਰਮੁਖ ਲਾਹਾ ਲੈਂਦੇ ਨੇ। ਸ਼ਬਦ ਦੁਆਰਾ ਹੀ ਵਾਹਿਗੁਰੂ ਬੋਲਦਾ ਹੈ, ਬਾਣੀ ਦੁਆਰਾ ਹੀ ਵਾਹਿਗੁਰੂ ਬੋਲਦਾ ਹੈ, ਪਰਮਾਤਮਾ ਬੋਲਦਾ ਹੈ। ਘਰ ਮੈਂ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ। ਆਪਣੇ ਹਿਰਦੇ ਰੂਪੀ ਘਰ ਵਿੱਚ ਆਪਣੇ ਨਿਜ ਘਰ ਨੂੰ ਪਾ ਲਿਆ, ਭਾਵ ਸਿਮਰਨ ਅਭਿਆਸ ਦੁਆਰਾ ਹਿਰਦੇ ਵਿੱਚੋਂ ਪਰਮਾਤਮਾ ਨੂੰ ਪਾ ਲਿਆ। ਇਹ ਸਤਿਗੁਰੂ ਨੇ ਵਡਿਆਈ ਬਖਸ਼ੀ। ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ, ਮਤ ਪਰਵਾਨ ਸੱਚ ਸਾਈ। ਜੋ ਨਾਮ ਦੇ ਵਿੱਚ ਰਤੇ ਨੇ ਉਹੀ ਵਾਹਿਗੁਰੂ ਦੇ ਮਹਿਲ ਸਰੂਪ ਨੂੰ ਪਾਉਂਦੇ ਨੇ। ਉਹਨਾਂ ਦੀ ਮਤ ਪ੍ਰਵਾਨ ਹੈ, ਉਹ ਸੱਚ ਦੇ ਵਿੱਚ ਵਲੀਨ ਹੁੰਦੇ ਨੇ। ਹੋਰ ਦੁਨੀਆ ਕਿੰਨਾ ਵੀ ਕੋਈ ਗਿਆਨਵਾਨ ਬਣ ਜਾਵੇ, ਕਿੰਨਾ ਵਿਦਵਾਨ ਬਣ ਜਾਵੇ, ਭਗਤੀ ਤੋਂ ਬਿਨਾਂ ਮਹਾਰਾਜ ਕਹਿੰਦੇ ਖਾਲੀ ਰਹੇਗਾ। ਸੋ ਗੁਰਮੁਖੋ ਭਗਤੀ ਕਰੀਏ, ਬਾਣੀ ਪੜ੍ਹੀਏ, ਗੁਰੂ ਦੀ ਮੱਤ ਲਈਏ। ਐਸੀ ਸਤਿਗੁਰੂ ਜੀ ਮਿਹਰਾਮਦ ਕਰਨ। ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦਿਆਂ ਵਿਚਾਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।